बिस्मिल्लाहिर्रहमानिर्रहीम अस्सलामुअलैकुम दोस्तों, आज हम एक फ़ार्म पर आए हैं। ये देख सकते हैं, आपको मेन गेट भी दिखाया और ये आप फार्म का पूरा लुक देख सकते हैं। मैं आपको सारा दिखा रहा हूँ कि किस तरह से ये बनाया गया है बांसों के साथ, और शिरकी गार्डर इसकी छत है। और इसमें सरगोदे के कजले लेले और सिंध के कजले लेले इसमें मौजूद हैं। अभी कुछ कम रह गए हैं, ये भी फार सेल हैं। तो बात करेंगे फार्मर के साथ। माशाल्लाह काफ़ी अच्छा सेटअप है इनका। तो अभी ये मैं आपको दिखा रहा हूँ सारे इसके बांस वगैरह। तो चलते हैं फार्मर की तरफ। दोस्तों थानू ना ਇਹ ਦਿਖਾਣੇ ਜਰਾ ਜਿਹੜੀ ओरिजिनल कजला है। ये सिंधी कजला सर या पंजाबी या केड़ा कजला? ਇਹਨੂੰ ਸਰਗੋਦੇ ਦਾ ਕਜਲਾ ਕਹਿੰਦੇ ਆ। ਸਿੰਧੀ ਕਜਲੇ ਵੀ ਹੈ ਨੇ, ਹੋਰ ਵੀ ਕਈ ਕਿਸਮਾਂ ਆਈਆਂ ਹੋਈਆਂ ਕਜਲੇ ਦੀਆਂ। ਤੇ ਇਹ ਕਿਹੜਾ ਕਜਲਾ, ਇਹ ਸਰਗੋਦੇ ਦਾ ਕਿਹੜਾ ਅਸਰ ਹੈ, ਉਹਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਤਾਂ ਇਹ ਹੁੰਦੀਆਂ, ਉਹਨਾਂ ਦਾ ਕਾਲਾ ਨਿਸ਼ਾਨ ਹੁੰਦਾ। ਇਹ ਜ਼ਰਾ ਲਾਗੇ ਆ ਕੇ ਦਿਖਾਣਾ ਜ਼ਰਾ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਲਾ ਨਿਸ਼ਾਨ ਜਿਹੜਾ ਕਹਿ ਰਹੇ ਨੇ ਕਿ ਉਹਨਾਂ ਦੇ ਕੰਨਾਂ ਦੇ ਉੱਪਰ ਹੋਏਗਾ, ਇਹ ਸਰ ਐਡਾ ਇਹ ਨਿਸ਼ਾਨ ਅੱਖਾਂ ਦਾ ਹੋਏਗਾ। ਇਹ ਆ ਜ਼ਰਾ ਅੱਖਾਂ ਵੀ ਦਿਖਾਣਾ ਇਹਨਾਂ ਦੀਆਂ। ਇਹ ਅੱਖਾਂ ਕਾਲੀਆਂ ਹੋਣਗੀਆਂ। ਹਾਂਜੀ, ਅੱਖਾਂ ਕਾਲੀਆਂ ਹੋਣਗੀਆਂ। ਕਈ ਐਸੇ ਨੇ ਉਹਨਾਂ ਦੀਆਂ ਵਿੱਚ ਵਾਲੀਆਂ ਵੀ ਕਾਲੀਆਂ ਹੁੰਦੀਆਂ। ਠੀਕ ਹੋ ਗਿਆ, ਉਹਨਾਂ ਦੀਆਂ ਵਿੱਚ ਵਾਲੀਆਂ ਵੀ ਕਾਲੀਆਂ ਹੁੰਦੀਆਂ। ਜ਼ਰਾ ਪੂਰਾ ਦਿਖਾਓ ਨਾ, ਥੋੜਾ ਸਾਈਡ ਤੇ ਹਟੀ ਨਾ ਜ਼ਰਾ। ਬਸ ਚੱਲ, ਬਸ ਛੋੜ ਦੋ ਛੋੜ ਦੋ। ਅੱਛਾ ਸਰ, ਇਹ ਤੁਹਾਡੇ ਕੋਲ ਇਹ ਨਾਰਾ ਮਾਦੀ ਹੈ? ਇਹ ਮਾਦੀ ਹੈ। ਸਾਡੇ ਕੋਲ ਜ਼ਿਆਦਾ ਮਾਦੀ ਰਹਿ ਗਏ, ਨਾਲ ਅਸੀਂ ਵੇਚ ਦਿੱਤੇ ਆ ਕੁਰਬਾਨੀ ਤੇ। ਠੀਕ ਹੋ ਗਿਆ। ਇਹ ਇਹਨਾਂ ਦੇ ਵਿੱਚ ਕੋਈ ਤੁਹਾਡੇ ਕੋਲ ਜਾਨਵਰ ਫਾਰ ਸੇਲ ਹੈ? ਇਧਰਲੀ ਸਾਈਡ ਤੇ ਆ ਜਾਓ, ਇਧਰਲੀ ਸਾਈਡ ਤੇ। ਮਾਲ ਸੇਲ ਦੇਖੋ ਜੀ, ਅਗਰ ਕੋਈ ਅੱਛੀ ਅਮਾਊਂਟ ਦਾ ਹੋਏਗਾ ਤਾਂ ਬਿਲਕੁਲ ਸਾਰੀ ਸੇਲ ਕਰ ਦੇਵਾਂਗੇ। ਅਗਰ ਇਸੇ ਤਰੀਕੇ ਨਾਲ ਤੁਹਾਡੇ ਨਾਲ ਕੋਈ ਅਗਰ ਬੰਦਾ ਡੀਲ ਕਰਦਾ ਕਿ ਸਾਨੂੰ ਸਾਰਾ ਜਿਹੜਾ ਇਹ 35 ਜਾਂ 40 ਜਾਨਵਰ ਹੈ ਨੇ ਤੁਹਾਡੇ ਕੋਲ, ਤੇ ਇਹਦਾ ਕੀ ਯਾਨੀ ਕਿ ਢੇਰੀ ਦਾ ਕੀ ਲਓਗੇ? ਢੇਰੀ ਦਾ ਅਸੀਂ ਫੀ ਨਗ 40,000 ਦੇ ਨਾਲ ਦੇ ਦੇਵਾਂਗੇ। ਛੋਟਾ ਵੱਡਾ 40,000 ਦਾ। ਔਰ ਅਗਰ ਵਿੱਚੋਂ ਕੋਈ ਬੰਦਾ ਆਂਦਾ ਕਿ ਮੈਨੂੰ ਸਿਰਫ ਵੱਡੇ ਵੱਡੇ ਚਾਹੀਦੇ ਨੇ ਜਾਨਵਰ? ਨਹੀਂ ਵੱਡੇ ਨਹੀਂ, ਢੇਰੀ ਦੇ ਹਿਸਾਬ ਨਾਲ 40,000 ਨੂੰ ਦੇ ਦੇਵਾਂਗੇ। ਚੰਗੇ ਚੰਗੇ ਦੇ ਕੇ ਬਾਕੀ ਕਿੱਧਰ ਜਾਣਗੇ। ਠੀਕ ਹੋ ਗਿਆ। ਅੱਛਾ ਸਰ, ਇਸ ਤੋਂ ਇਲਾਵਾ ਤੁਸੀਂ ਕਿੰਨੇ ਜਾਨਵਰਾਂ ਤੋਂ ਇਹਦਾ ਸਟਾਰਟ ਕੀਤਾ ਸੀ? ਸ਼ੁਰੂ ਦੇ ਵਿੱਚ ਇਨਵੈਸਟਮੈਂਟ ਕਿੰਨੀ ਕੀਤੀ ਸੀ ਜਾਨਵਰਾਂ ਤੇ? ਸ਼ੁਰੂ ਤੇ ਅਸੀਂ ਇਹ ਕਿਰੇ ਹੈ ਕੋਈ 50-55 ਮੇਰੇ ਹਿਸਾਬ ਨਾਲ ਲੈ ਕੇ ਆਏ ਸੀ। ਤੇ ਉਹਨਾਂ ਤੋਂ 3 ਸਾਲ ਹੋ ਗਏ ਨੇ। ਕੁਛ ਇਹ ਨੇ, ਕੁਛ ਅਸੀਂ ਸੇਲ ਕਰ ਲਏ ਨੇ। ਉਹਦੇ ਤੋਂ ਇਲਾਵਾ ਵੀ ਅਸੀਂ ਹਰ ਕੁਰਬਾਨੀ ਦੇ ਵਿੱਚ ਲੈ ਕੇ ਆਉਂਦੇ ਆ ਮਾਰ ਸਰਗੋਦੇ ਦੇ ਵਿੱਚੋਂ ਲਿਆਣ ਕੇ ਉਹਨਾਂ ਨੂੰ ਇੱਥੇ ਤਿਆਰ ਕਰੀਦਾ। 6 ਮਹੀਨੇ ਦਾ ਪ੍ਰੋਸੀਜਰ ਹੁੰਦਾ। 6 ਮਹੀਨੇ ਬਾਅਦ ਤਿਆਰ ਕਰਕੇ ਉਹਨਾਂ ਨੂੰ ਫਿਰ ਗੁਜਰਾਂਵਾਲੇ, ਡਸਕਾ, ਇਹ ਸ਼ਹਿਰਾਂ ਦੇ ਵਿੱਚ ਜਾ ਕੇ ਸੇਲ ਕਰੀਦਾ। ਕੈਸਾ ਕਾਰੋਬਾਰ ਲੱਗਿਆ ਤੁਹਾਨੂੰ? ਅੱਛਾ ਲੱਗਿਆ? ਮਜ਼ਾ ਆਇਆ ਕਿ ਨਹੀਂ ਆਇਆ? ਕਾਰੋਬਾਰ ਕੋਈ ਵੀ ਬੁਰਾ ਨਹੀਂ ਹੁੰਦਾ। ਹਰ ਕਾਰੋਬਾਰ ਕਿਹੜੇ ਲੋਕਾਂ ਨੂੰ ਨੁਕਸਾਨ ਹੋਏ ਨੇ, ਉਹ ਇਸ ਵਜ੍ਹਾ ਤੋਂ ਹੋਏ ਨੇ ਕਿ ਉਹ ਆਪਣਾ ਕਾਰੋਬਾਰ ਕਰਕੇ 6 ਮਹੀਨੇ ਸਾਰ ਇੱਕ ਮਜ਼ਾ ਪੂਰਾ ਕਰਕੇ ਉਸ ਤੋਂ ਬਾਅਦ ਉਹਨੂੰ ਛੱਡ ਦਿੰਦੇ। ਇਹਦੀ ਵਜ੍ਹਾ ਤੋਂ ਨੁਕਸਾਨ ਔਰ ਘਾਟੇ ਦਾ ਸਬਬ ਬਣਦੇ ਨੇ। ਕੋਈ ਵੀ ਕੰਮ ਹੈ ਉਹਨੂੰ ਇੱਕ ਰੂਟੀਨ ਵਾਈਜ਼ ਉਹਨੂੰ ਅਗਰ ਤਾਂ ਹਯਾਤਗਤ ਕੀਤਾ ਜਾਵੇ, ਮੇਰੇ ਦੇਖਣ 'ਤੇ ਉਹ ਨੁਕਸਾਨਦੇਹ ਨਹੀਂ ਹੁੰਦਾ। ਠੀਕ ਹੋ ਗਿਆ। ਅੱਛਾ, ਤੇ ਹੁਣ ਇਸ ਟਾਈਮ ਆਪਣੇ ਕੋਲ ਇਹ ਖਲੋਤੇ, ਤੁਸੀਂ ਦੁਬਾਰਾ ਹੁਣ ਮਾਲ ਕਦੋਂ ਖਰੀਦੋਗੇ ਮਜ਼ੀਦ? ਜਿਹੜਾ ਤੁਸੀਂ ਕਹਿ ਰਹੇ ਕਿ ਪਹਿਲੇ ਸਾਡੇ ਕੋਲ 150 ਜਾਨਵਰ ਸੀ, ਹੁਣ ਦੁਬਾਰਾ ਕਦੋਂ ਖਰੀਦੋਗੇ? ਠਹਿਰ ਕੇ ਜਾਂ ਈਦ ਤੋਂ ਕਿੰਨੇ ਅਰਸਾ ਪਹਿਲੇ ਖਰੀਦੋਗੇ? ਜਿਹੜੇ ਛਤਰੇ ਵਗੈਰਾ ਖਰੀਦੋਗੇ ਵੱਡੇ? ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਨਵਰੀ ਔਰ ਫਰਵਰੀ ਦੇ ਦਰਮਿਆਨ ਜਾਨਵਰ ਲਏ ਜਾਣ, ਕਿਉਂਕਿ ਜਨਵਰੀ, ਫਰਵਰੀ ਔਰ ਮਾਰਚ 3 ਮਾਹ ਐਸੇ ਹੁੰਦੇ ਆ, ਸਰਦੀ ਦੇ ਸਬਬ ਇਹ ਵੰਡਾ ਵੀ ਖਾ ਸਕਦੇ, ਹਰ ਚੀਜ਼ ਬਰਦਾਸ਼ਤ ਕਰਦੇ ਆ। ਉਹਦੇ ਤੋਂ ਬਾਅਦ ਕਿਉਂ ਮੌਸਮ ਨਾਰਮਲ ਹੋ ਜਾਂਦਾ ਅਪ੍ਰੈਲ ਮਈ ਦੇ ਵਿੱਚ ਆਣ ਕੇ, ਉਦੋਂ ਫਿਰ ਇਹਨਾਂ ਨੂੰ ਗਜ਼ਾਈਅਤ ਦੇ ਵਿੱਚ ਬਿਲਕੁਲ ਹਲਕੀ ਚੀਜ਼ ਇਹਨਾਂ ਨੂੰ ਦੇਈਦੀ ਹੈ। ਹਲਕੀ ਤੋਂ ਮੁਰਾਦ ਇਹ ਸਿਰਫ ਚਾਰਾ ਔਰ ਇਹਨਾਂ ਦਾ ਅੱਛੀ ਡਿਵੈਲਪਮੈਂਟ ਔਰ ਇੰਜੈਕਸ਼ਨ ਵਗੈਰਾ ਕਿਹੜੇ ਹੈ ਨੇ ਇਹਨਾਂ ਦਾ ਮਿਹਦਾ ਸੈੱਟ ਰੱਖਣ, ਉਹ ਜਿਹੜੇ ਦੇਣ ਤੋਂ ਬਾਅਦ ਕਿਹੜਾ ਇਹਨਾਂ ਨੂੰ ਤਿਆਰ ਕਰੀਦਾ। ਠੀਕ ਹੈ। ਅੱਛਾ, ਤੇ ਜਦੋਂ ਤੁਸੀਂ ਛਤਰੇ ਖਰੀਦਣੇ ਨੇ ਉਧਰੋਂ ਗੁਜਰਾਂਵਾਲੇ ਚੋਂ ਜਾਂ ਡਸਕੇ ਚੋਂ, ਉਹ ਕਿੰਨੀ ਉਮਰ ਦਾ ਤੁਸੀਂ ਜਾਨਵਰ ਖਰੀਦਦੇ ਹੋ? ਉਮਰ ਕੋਈ ਮਾਨੇ ਨਹੀਂ ਰੱਖਦੀ। ਕਈ ਜਾਨਵਰ ਐਸੇ ਹੁੰਦੇ ਨੇ ਉਹਨਾਂ ਦਾ ਮਿਹਦਾ ਬਹੁਤ ਅੱਛਾ ਹੁੰਦਾ ਔਰ ਉਹ ਜਲਦੀ ਵਜ਼ਨ ਵਧਾਉਂਦੇ ਨੇ, ਉਹਨਾਂ ਦੀ ਉਮਰ ਜ਼ਿਆਦਾ ਨਹੀਂ ਹੁੰਦੀ। ਆਲਮੋਸਟ ਤੇ ਇਹ ਕਿਹਾ ਜਾਂਦਾ ਵਾ ਕਿ 6 ਮਹੀਨਿਆਂ ਦੇ ਕੁਰਬਾਨੀ ਦੇ ਵਿੱਚ ਲੱਗਦੇ ਆ। ਕਈ ਮੌਲਵੀ ਐਸੇ ਵੀ ਹੈ ਉਹ ਕਹਿੰਦੇ 6 ਮਹੀਨਿਆਂ ਦੇ ਵੀ ਨਹੀਂ ਲੱਗਦੇ। ਇਹ ਇਨਸਾਨ ਦੇ ਆਪਣੇ ਜ਼ਮੀਰ 'ਤੇ ਕਿਹੜਾ ਹੈ ਹੁੰਦਾ ਕੁਰਬਾਨੀ ਦਾ ਕਿ ਅਸੀਂ ਇਹ 6 ਮਹੀਨੇ ਵਾਲਾ ਲੈਣਾ ਜਾਂ ਸਾਲ ਵਾਲਾ ਲੈਣਾ। ਮੇਰੇ ਦੇਖਣ ਦੇ ਵਿੱਚ ਇਹਦੇ ਵਿੱਚ ਉਮਰ ਦੀ ਕੋਈ ਤਾਦਾਦ ਨਹੀਂ ਹੁੰਦੀ। ਕਿਹੜਾ ਇੱਕ ਅੱਛਾ ਤਿਆਰ ਹੋਇਆ ਹੋਵੇ ਉਹ 6 ਮਹੀਨੇ ਦਾ ਵੀ ਕੁਰਬਾਨੀ 'ਤੇ ਲੱਗਦਾ, ਕਿਹੜਾ ਨਾ ਤਿਆਰ ਹੋਇਆ ਹੋਵੇ ਉਹ ਚਾਹੇ ਦੋਂਦਾ ਵੀ ਹੋ ਜਾਵੇ ਤਾਂ ਨਹੀਂ ਲੱਗ ਸਕਦਾ ਕੁਰਬਾਨੀ 'ਤੇ। ਅੱਛਾ, ਤੁਹਾਡਾ ਯਾਨੀ ਕਿ ਉਮਰ ਦਾ ਹਿਸਾਬ ਨਹੀਂ ਹੈ,
ਤੁਸੀਂ ਸਿਰਫ ਇਹ ਖਰੀਦਦੇ ਹੋ ਵਜ਼ਨ ਦੇ ਹਿਸਾਬ ਨਾਲ, ਵਜ਼ਨ ਔਰ ਉਹਦੀ ਸਿਹਤ ਵਗੈਰਾ ਦੇਖਣੀ ਹੈ ਤੁਸੀਂ, ਤੇ ਉਹਦੇ ਹਿਸਾਬ ਨਾਲ ਫਿਰ ਤੁਸੀਂ, ਅੱਛਾ ਤੁਸੀਂ ਇਹ ਦੱਸੋ ਕਿ ਕਿੰਨੀ ਅਮਾਊਂਟ ਦਾ ਤੁਸੀਂ ਜਾਨਵਰ ਖਰੀਦਦੇ ਹੋ ਔਰ ਬਾਅਦ ਦੇ ਵਿੱਚ ਉਹਨੂੰ ਤਿਆਰ ਕਰਦੇ ਹੋ 6 ਮਹੀਨੇ, ਤੇ ਕਿੰਨੇ ਕੁ ਦਾ ਉਹ ਸੇਲ ਹੋ ਜਾਂਦਾ, ਕਿੰਨਾ ਉਹਦਾ ਖਰਚਾ ਆ ਜਾਂਦਾ? ਇੱਕ ਜਾਨਵਰ ਦੀ ਰਿਪੋਰਟ ਦਿਓ ਜ਼ਰਾ, ਤਾਂ ਕਿ ਜਿਹੜੇ ਸਾਡੇ ਦੋਸਤ ਨੇ ਦੇਖ ਰਹੇ ਨੇ ਉਹਨਾਂ ਨੂੰ ਇਸ ਚੀਜ਼ ਦੀ ਥੋੜੀ ਸਮਝ ਵੀ ਆਉਣੀ ਚਾਹੀਦੀ ਹੈ ਕਿ ਇੱਕ ਜਾਨਵਰ ਅਗਰ ਅਸੀਂ ਅੱਛਾ ਖਰੀਦਦੇ ਅੱਛਾ ਨਸਲੀ, ਉਹਨੂੰ ਅਸੀਂ ਕਿੰਨੀ ਦੇਰ ਫਾਰਮ ਤੇ ਰੱਖਾਂਗੇ, ਕਿੰਨਾ ਉਹਦੇ ਉੱਪਰ ਖਰਚਾ ਆ ਜਾਏਗਾ, ਜਦੋਂ ਅਸੀਂ ਅੰਦਾਜ਼ਨ ਇੱਕ ਸੇਲ ਕਰਾਂਗੇ ਕਿ ਕਿੰਨਾ ਕੁ ਉਹਨਾਂ ਨੂੰ ਇੱਕ ਜਾਨਵਰ 'ਚ ਪ੍ਰੋਫਿਟ ਆ ਸਕਦਾ। ਇਹ ਕਿਹੜੇ ਸਰਗੋਦੇ ਦੇ ਵਿੱਚੋਂ ਬੱਚੇ ਮਿਲਦੇ ਨੇ 2-3 ਮਾਹ ਦਾ ਜਾਂ ਗਾਰਬਨ 4 ਮਾਹ ਦਾ, ਉਹ ਜ਼ਿਆਦਾ ਤੋਂ ਜ਼ਿਆਦਾ ਕਿਹੜਾ ਹੈ ਵਾ 14 ਤੋਂ 15 ਹਜ਼ਾਰ ਦਾ ਤੁਹਾਨੂੰ ਮਿਲਦਾ। 14-15 ਹਜ਼ਾਰ ਦੇ ਵਿੱਚ ਫਿਰ ਤੁਸੀਂ ਇਹਨਾਂ ਨੂੰ ਤਿਆਰ ਕਰਨਾ, ਹਰ ਤਕਰੀਬਨ ਅਗਰ 5-6 ਮਹੀਨੇ ਬਾਅਦ ਇਹਨਾਂ ਦੀ ਅੱਛੀ ਟਰੀਟਮੈਂਟ ਕੀਤੀ ਜਾਵੇ, ਅੱਛੀ ਕੇਅਰ ਕੀਤੀ ਜਾਵੇ, ਤੇ ਇਹ ਕਿਹੜਾ ਹੈ ਵਜ਼ਨ 2 ਮਣ ਤੱਕ ਵੀ ਕਰ ਸਕਦਾ। 2 ਮਣ ਤੋਂ ਮੁਰਾਦ ਇਹ ਤੁਹਾਡਾ ਇਹ 30 ਤੋਂ 35 ਹਜ਼ਾਰ ਦਾ ਗਾਰਬਨ 40 ਹਜ਼ਾਰ ਤੱਕ ਇਹ ਤੁਸੀਂ ਸੇਲ ਕਰ ਸਕਦੇ ਹੋ। ਠੀਕ ਹੋ ਗਿਆ, 40,000 ਰੁਪਏ ਤੱਕ ਸੇਲ ਹੋ ਜਾਏਗਾ। ਤੇ ਪਰਚੇਜ਼ ਦਾ ਵੀ ਥੋੜਾ ਜਿਹਾ ਦੱਸ ਦਿਓ ਨਾ ਕਿ ਪਰਚੇਜ਼ਿੰਗ ਦੇ ਦੌਰਾਨ ਕਿੰਨਾ ਕੁ ਯਾਨੀ ਕਿ ਉਹ ਆਪਾਂ ਨੂੰ ਕਾਸਟ ਆਏਗੀ ਜਾਨਵਰ ਤੇ? ਤਕਰੀਬਨ 15 ਹਜ਼ਾਰ ਤੁਸੀਂ ਉਹ ਲਾ ਲਓ, ਬਾਕੀ ਕਿਹੜਾ ਹੈ 2 ਤੋਂ 3 ਹਜ਼ਾਰ ਫੀ ਜਾਨਵਰ ਇੱਕ ਮਹੀਨੇ ਦੇ ਵਿੱਚ ਕਿਹੜਾ ਹੈ ਵੰਡਾ ਜਾਂ ਚਾਰਾ ਜਾਂ ਮੁਲਾਜ਼ਮ ਦੀਆਂ ਤਨਖਾਹਾਂ ਸਾਰਾ ਕੁਝ ਪਾ ਕੇ ਉਹ ਤਕਰੀਬਨ 15 ਤੋਂ 15 ਹਜ਼ਾਰ ਹੀ ਉੱਪਰ ਉਹਨਾਂ ਦੇ ਲੱਗ ਜਾਏਗਾ। ਯਾਨੀ ਕਿ 15,000 ਦਾ ਖਰੀਦਾਂਗੇ, 15,000 ਉੱਪਰ ਖਰਚਾ ਆ ਜਾਏਗਾ ਟੋਟਲ, ਜਿਹੜਾ ਉਹਦੇ ਤੇ ਲੇਬਰ ਪਾ ਕੇ, ਬਿਜਲੀ, ਮੈਡੀਸਨ, ਫੀਡ, ਸਾਰਾ ਐਕਸਪੈਂਸ ਪਾ ਕੇ 30,000 'ਚ ਹੋ ਜਾਏਗਾ। ਔਰ ਉਹ ਉਸ ਤੋਂ ਬਾਅਦ 40,000 ਰੁਪਏ ਤੱਕ ਇੱਕ ਜਾਨਵਰ ਸੇਲ ਹੋ ਜਾਏਗਾ। ਇਹ ਤਾਂ ਮੰਡੀ ਦੇ ਹਿਸਾਬ ਦੇ ਨਾਲ ਹੈ, 40 ਤੋਂ 50 ਤੱਕ ਵੀ ਸੇਲ ਹੋ ਸਕਦਾ, ਲੱਖ ਤੱਕ ਵੀ ਸੇਲ ਹੋ ਸਕਦਾ। ਔਰ ਅਗਰ ਜ਼ਿਆਦਾ ਨਾ ਹੀ ਵਿਕੇ ਤਾਂ 30 ਤੋਂ ਥੱਲੇ ਨਹੀਂ ਵਿਕਦਾ। ਠੀਕ ਹੋ ਗਿਆ। ਅੱਛਾ ਉਸ ਤੋਂ ਬਾਅਦ ਜ਼ਰਾ ਇਹ ਦਿਖਾਣਾ ਜ਼ਰਾ ਆ ਕੇ ਕੈਮਰਾਮੈਨ ਸਾਹਿਬ, ਇਹ ਨਮਕ ਤੁਸੀਂ ਵਿੱਚ ਰੱਖਿਆ ਹੋਇਆ ਖੁਰਲੀਆਂ ਦੇ, ਸਰ ਇਹਦੀ ਕੀ ਰੀਜ਼ਨ ਆ? ਨਮਕ ਇਹਨਾਂ ਨੂੰ ਪ੍ਰੋਟੀਨ ਚਾਹੀਦੇ ਨੇ ਸਭ ਤੋਂ ਜ਼ਿਆਦਾ। ਇਹਨਾਂ ਨੂੰ ਅਗਰ ਨਮਕ ਨਾ ਰੱਖੀ ਤੇ ਮਿੱਟੀ ਖਾਣਾ ਸ਼ੁਰੂ ਕਰ ਦਿੰਦੇ ਨੇ। ਨਮਕ ਇਹਨਾਂ ਲਈ ਬਹੁਤ ਜ਼ਰੂਰੀ ਹੈ ਨਮਕ ਰੱਖਣਾ। ਅਗਰ ਤੁਸੀਂ ਨਮਕ ਦੇ ਢੇਲੇ ਰੱਖ ਦਿਓ ਬਿਹਤਰ ਹੈ, ਨਹੀਂ ਤਾਂ ਇਹਨਾਂ ਨੂੰ ਨਮਕ ਤੁਸੀਂ ਆਪ ਖੁਦ ਵੀ ਇੱਕ ਇੱਕ ਚਮਚੀ ਸੁਬਾਹ ਔਰ ਸ਼ਾਮ ਖਿਲਾ ਸਕਦੇ ਹੋ। ਅੱਛਾ ਠੀਕ ਹੋ ਗਿਆ। ਤੇ ਇਹ ਇਹਨਾਂ ਨੂੰ ਆ ਖਾਣ ਵਿੱਚ ਇਹ ਕਿਹੜੀ ਚੀਜ਼ ਹੈ, ਇਹ ਦਿਖਾਣਾ ਜ਼ਰਾ, ਇਹ ਕੀ ਚੀਜ਼ ਹੈ ਸਰ, ਇਹ ਜਿਹੜਾ ਖਿਲਾ ਰਹੇ ਹੋ? ਇਹਦੀ ਤਾਂ ਕੋਈ ਸਮਝ ਹੀ ਨਹੀਂ ਆ ਰਹੀ, ਕੋਈ ਨਵਾਂ ਹੀ ਚਾਰਾ ਲੱਗ ਰਿਹਾ। ਇਹ ਕਿਹੜੇ ਅਸੀਂ ਤਿਆਰ ਕਰਦੇ ਉਹਨਾਂ ਨੂੰ ਸਿਰਫ ਸੈਰੇਜੋਲ ਵੰਡਾ ਦੇ ਵਿੱਚ ਉਹਨਾਂ ਨੂੰ ਤਿਆਰ ਕਰਦੇ। ਇਹ ਕਿਹੜੀਆਂ ਪਿੱਛੇ ਮਾਦੀਆਂ ਹੈ ਨੇ ਕਿ ਇਹਨਾਂ ਨੂੰ ਅਸੀਂ ਬਰੀਡਿੰਗ ਕਰਕੇ ਇਹਨਾਂ ਦੇ ਬੱਚੇ ਲੈਂਦੇ ਆ। ਉਹਨਾਂ ਨੂੰ ਅਸੀਂ ਸਿਰਫ ਅੱਲਾ ਤਵੱਕਰ ਪਾਈ ਦਾ, ਰੂਸਨ ਹੋ ਗਿਆ, ਉਹਦੇ ਤੋਂ ਬਾਅਦ ਤੂਰੀ ਹੋ ਗਈ, ਇਹਦਾ ਮਿਕਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਅਖਰਾਜਾਤ ਨਾ ਜ਼ਿਆਦਾ ਕਰਨੇ ਪੈਣ। ਠੀਕ ਹੋ ਗਿਆ। ਅੱਛਾ ਸਰ ਇਹ ਜਿਹੜੀਆਂ ਭੇਡਾਂ ਨੇ, ਇਹ ਤੁਹਾਡੀਆਂ ਕਜਲੀਆਂ ਨੇ, ਮਾਸ਼ਾਅੱਲਾ ਦੇਖਣ ਨੂੰ ਤਾਂ ਬੜੀਆਂ ਖੂਬਸੂਰਤ ਵੀ ਲੱਗ ਰਹੀਆਂ ਨੇ। ਔਰ ਇੱਕ ਜਿਹੜੀ ਭੇਡ ਆ ਅਗਰ ਉਹ ਸੂਈ ਆ ਤਾਜ਼ੀ, ਉਹ ਕਿੰਨੇ ਬੱਚੇ ਦੇ ਦਿੰਦੀ ਆ? ਯਾਨੀ ਕਿ ਸਾਲ 'ਚ ਕਿੰਨੀ ਦਫਾ ਉਹ ਡਿਲੀਵਰੀ ਦੇਗੀ ਔਰ ਕਿੰਨੇ ਕਿੰਨੇ ਬੱਚੇ ਉਹ ਦੇ ਸਕਦੀ ਹੈ? 5 ਤੋਂ 6 ਮਹੀਨੇ ਇਹਨਾਂ ਦਾ ਟਾਈਮ ਹੁੰਦਾ ਵਾ। 5 ਤੋਂ 6 ਮਹੀਨੇ ਬਾਅਦ ਭੇਡ ਜਿਹੜੀ ਹੈ ਸੂ ਪੈਂਦੀ ਹੈ। 5 ਤੋਂ 6 ਮਹੀਨੇ ਦਾ ਮੁਰਾਦ ਹੈ ਕਿ 6ਵੇਂ ਮਹੀਨੇ ਦੇ ਵਿੱਚ ਉਹ 10 ਦਿਨਾਂ ਨੂੰ ਸੂ ਪਵੇ, 20 ਨੂੰ ਸੂ ਪਵੇ ਜਾਂ 30 ਨੂੰ ਸੂ ਪਵੇ। ਕੰਫਰਮ ਇਹਦਾ ਟਾਈਮ ਨਹੀਂ ਹੁੰਦਾ। ਔਰ ਦੂਸਰਾ ਇਹ ਹੈ, ਦੂਸਰਾ ਸਵਾਲ ਕਿਹੜਾ ਪੁੱਛਿਆ ਤੁਸੀਂ? ਸਰ ਦੂਸਰਾ ਇਹ ਪੁੱਛਿਆ ਕਿ ਬੱਚੇ ਕਿੰਨੇ ਕਿੰਨੇ ਦਿੰਦੀ ਹੈ? ਬੱਚੇ ਕੋਈ ਤੇ ਇੱਕ ਵੀ ਦਿੰਦੀ ਹੈ, ਕੋਈ 2 ਵੀ ਦਿੰਦੀਆਂ। ਇਹਨਾਂ ਦੇ ਵਿੱਚੋਂ ਕੁਝ ਐਸੀਆਂ ਹੈ ਨੇ ਛਤਰੀਆਂ ਕਿ ਇਹਨਾਂ ਨੇ 2 ਵੀ ਦਿੱਤੇ ਨੇ, ਕੁਝ ਐਸੀਆਂ ਹੈ ਉਹਨਾਂ ਨੇ 1 ਵੀ ਦਿੱਤਾ। ਠੀਕ ਹੋ ਗਿਆ। ਅੱਛਾ ਸਰ ਤੇ ਦੁੱਧ ਜਿਹੜਾ ਇਹਦਾ, ਇੱਕ ਜਾਨਵਰ ਦਾ ਦੁੱਧ ਕਿੰਨਾ ਹੋ ਜਾਂਦਾ? ਯਾਨੀ ਕਿ ਜਿਹੜੀ ਇੱਕ ਜਵਾਨ ਭੇਡ ਆ ਜਿਹਦੀ ਯਾਨੀ ਕਿ ਸਾਂਭ ਵੀ ਚੰਗੀ ਹੋਈ ਆ, ਉਹਨੂੰ ਫੀਡ ਅੱਛੀ ਮਿਲ ਰਹੀ ਆ ਔਰ ਵੱਡਾ ਛੰਡਾ ਮਿਲ ਰਿਹਾ, ਉਹ ਇੱਕ ਟਾਈਮ ਦਾ ਕਿੰਨੇ ਲੀਟਰ ਦੁੱਧ ਦੇ ਦਿੰਦੀ ਹੈ? ਅਗਰ ਇਹਨਾਂ ਦੀ ਅੱਛੀ ਕੇਅਰ ਕੀਤੀ ਜਾਵੇ, ਇਹਨਾਂ ਨੂੰ ਵੰਡਾ ਦਿੱਤਾ ਜਾਵੇ ਪ੍ਰੋਪਰ, ਇੱਕ ਦੁੱਧ ਦਾ ਇਹਨਾਂ ਦਾ ਤੁਸੀਂ ਇੱਕ ਪੂਰੀ ਫਿਜ਼ੀਬਿਲਿਟੀ ਤਿਆਰ ਕੀਤੀ ਹੋਵੇ ਕਿ ਅਸੀਂ ਇਹਨਾਂ ਕੋਲ ਦੁੱਧ ਹੀ ਲੈਣਾ ਹੈ ਕਿ 2 ਕਿਲੋ ਤੱਕ ਫੀ ਜਾਨਵਰ ਦੇ ਸਕਦਾ ਇੱਕ ਟਾਈਮ ਦਾ। ਯਾਨੀ ਕਿ 2 ਲੀਟਰ ਇੱਕ ਟਾਈਮ ਦਾ, 2 ਲੀਟਰ ਇੱਕ 4 ਲੀਟਰ ਦੁੱਧ ਇਹ ਭੇਡ ਜਿਹੜੀ ਹੈ ਦੁੱਧ ਦੇਗੀ। ਦੋਸਤੋ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਕਾਫੀ, ਕੈਮਰਾਮੈਨ ਸਾਹਿਬ ਜ਼ਰਾ ਅੱਗੇ ਨਾ, ਜ਼ਰਾ ਅੱਗੇ ਆਓ, ਜ਼ਰਾ ਇੱਧਰ ਮਾਰੋ ਨਾ। ਜਿਹੜੇ ਜਾਨਵਰ ਨੂੰ ਵੀ ਤੁਸੀਂ ਦੇਖੋਗੇ ਮਾਸ਼ਾਅੱਲਾ ਵੱਧ ਤੋਂ ਵੱਧ ਔਰ ਮਿਸਾਲੀ ਜਾਨਵਰ ਨੇ। ਔਰ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕੰਨ ਔਰ ਇਹਨਾਂ ਦੀਆਂ ਮਾਸ਼ਾਅੱਲਾ ਮਜ਼ਬੂਤ ਸੀਨਾ, ਲੰਬੀਆਂ ਟੰਗਾਂ ਔਰ ਬੜਾ ਹੀ ਖੂਬਸੂਰਤ ਜਾਨਵਰ ਨੇ, ਅਗਰ ਮੇਰਾ ਕੈਮਰਾਮੈਨ ਦਿਖਾ ਸਕੇ ਤੇ। ਔਰ ਆ ਖੁਰਲੀਆਂ ਤੁਸੀਂ ਦੇਖ ਰਹੇ ਹੋ, ਇਹਨਾਂ ਨੇ ਮਾਸ਼ਾਅੱਲਾ ਬੜਾ ਪੱਕਾ ਹੀ ਸਿਸਟਮ ਕੀਤਾ ਹੋਇਆ। ਅੱਛਾ ਜ਼ਹੀਰ ਭਾਈ, ਇਹ ਲੋਹੇ ਦੀ ਖੁਰਲੀ ਤੁਸੀਂ ਬਣਾਈ ਹੋਈ ਹੈ, ਮੈਂ ਫਸਟ ਟਾਈਮ ਹੀ ਦੇਖ ਰਿਹਾ। ਵੈਸੇ ਲੱਕੜੀ ਦੀ ਜ਼ਿਆਦਾ ਦੇਖੀ ਦੀ ਜਾਂ ਸੀਮਟ ਦੀ ਦੇਖੀ ਦੀ?
ਇਹ ਵੰਡੇ ਲਈ ਯੂਜ਼ ਕੀਤੀਆਂ ਹੋਈਆਂ ਖੋਲੀਆਂ, ਤਾਂ ਕਿ ਵੰਡਾ ਇਹਦੇ ਤੋਂ ਕਿਹੜਾ ਲੱਕੜ ਵਾਲੀ ਹੈ ਉਹ ਪਈ, ਉਹਨਾਂ ਤੋਂ ਵੰਡਾ ਕਿਹੜਾ ਹੈ ਥੱਲੇ ਡਿੱਗ ਜਾਂਦਾ ਸੀ। ਉਹਦੀ ਵਜ੍ਹਾ ਤੋਂ ਅਸੀਂ ਲੋਹੇ ਵਾਲੀ ਚਾਦਰ ਦੀਆਂ ਬਣਵਾਈਆਂ, ਤਾਂ ਕਿ ਵੰਡੇ ਦਾ ਜ਼ਿਆ ਨਾ ਹੋਵੇ। ਅੱਛਾ ਸਰ, ਇਹ ਦੱਸਣਾ ਜ਼ਰਾ ਕਿ ਇੱਕ ਇਹ ਆਹ ਜਿਹੜੀ ਖੁਰਲੀ ਤੁਸੀਂ ਬਣਾਈ ਹੋਈ ਆ, ਅਗਰ ਹੁਣ ਇਸ ਟਾਈਮ ਰੀਸੈਂਟ ਜਿਹੜਾ ਰੇਟ ਚੱਲ ਰਿਹਾ ਉਹਦੇ ਮੁਤਾਬਕ ਇੱਕ ਖੁਰਲੀ ਦੇ ਉੱਪਰ ਕਿੰਨਾ ਖਰਚਾ ਆ ਜਾਂਦਾ? ਇਹ ਤਕਰੀਬਨ 6 ਤੋਂ 7 ਹਜ਼ਾਰ ਦੀ ਇੱਕ ਖੁੱਲੀ ਤਿਆਰ ਹੁੰਦੀ ਹੈ, ਅਗਰ ਤੁਸੀਂ ਆਪ ਬਣਵਾਓ। ਤੇ ਬਾਕੀ ਬਾਜ਼ਾਰੀ ਹਜੇ ਮੇਰਾ ਖਿਆਲ ਦੇ ਵਿੱਚ ਨਹੀਂ ਬਣਾ ਰਹੇ, ਤੁਸੀਂ ਆਪ ਇਹ ਸਾਈ ਦੇ ਕੇ ਬਣਵਾਉਣੀ ਪੈਂਦੀ ਹੈ। ਅੱਛਾ ਠੀਕ ਹੋ ਗਿਆ। ਅੱਛਾ ਕੈਮਰਾਮੈਨ ਸਾਹਿਬ ਜ਼ਰਾ ਛੱਤ ਦਿਖਾਣਾ ਸ਼ੈਡ ਦੀ। ਦੋਸਤੋ ਇਹ ਤੁਸੀਂ ਦੇਖ ਰਹੇ ਹੋ ਕਿ ਬੜਾ ਮੈਨੂਅਲ ਸਿਸਟਮ ਆ, ਵਾਂਸ ਔਰ ਛਿੜਕੀ ਔਰ ਗਾਰਡਰ ਨੇ, ਬਾਕੀ ਇਹ ਪਿਲਰ ਨੇ। ਜ਼ਰਾ ਐਸਤਾ ਐਸਤਾ ਕਰਕੇ ਐਸਤਾ ਐਸਤਾ ਜ਼ਰਾ ਕਰਕੇ ਮੂਵ ਕਰੋ ਤਾਂ ਕਿ ਨਜ਼ਰ ਆਵੇ ਦੇਖਣ ਵਾਲਿਆਂ ਨੂੰ। ਇਧਰਲੀ ਸਾਈਡ ਤੋਂ ਮਾਰੋ ਜ਼ਰਾ ਕੈਮਰਾ। ਇਹ ਦੇਖੋ ਨਾ, ਗਾਰਡਰ, ਛਿੜਕੀ ਔਰ ਆ ਪਿਲਰ ਨੇ। ਅੱਛਾ ਜ਼ਹੀਰ ਭਾਈ, ਇਹ ਦੱਸੋ ਜ਼ਰਾ ਕਿ ਇਹ ਸ਼ੈਡ ਦੀ ਲੰਬਾਈ ਔਰ ਚੌੜਾਈ ਕਿੰਨੀ ਹੈ? ਲੰਬਾਈ ਇਹਦੀ ਹੈ 50 ਫੁੱਟ ਕਿਹਦੇ ਉੱਪਰ ਛੱਤ ਹੈ, ਲੇਕਿਨ ਵਾਂਸਾਂ ਦੀ ਕਿਹੜੀ ਹੈ ਉਹ 70 ਤੋਂ 75 ਫੁੱਟ ਹੋਏਗੀ ਲੰਬਾਈ ਇਹਦੀ। ਚੌੜਾਈ ਕਿਹੜੀ ਇਹਦੀ ਵਾਂਸਾਂ ਔਰ ਗਾਰਡਰ ਦੀ ਹੈ ਉਹ 28 ਫੁੱਟ ਹੈ, ਲੇਕਿਨ ਖੁੱਲੀ ਕਰਨ ਲਈ ਤਾਂ ਕਿ ਇਹਨਾਂ ਨੂੰ ਧੁੱਪ ਵਗੈਰਾ ਲੱਗੇ, ਹਵਾ ਦੀ ਕਰਾਸਿੰਗ ਹੋਵੇ, ਉਹਦੀ ਵਜ੍ਹਾ ਤੋਂ ਇਹ 60 ਤੋਂ 65 ਫੁੱਟ ਦੀ ਚੌੜਾਈ ਹੋਏਗੀ। ਅੱਛਾ ਠੀਕ ਹੋ ਗਿਆ। ਹੁਣ ਤੁਸੀਂ ਸਾਨੂੰ ਇਹਦਾ ਇੱਕ ਅੰਦਾਜ਼ਾ ਦਿਓ, ਸਿਰਫ ਛੱਤ, ਖੁਰਲੀਆਂ, ਬਗੈਰ ਜਾਨਵਰਾਂ ਤੋਂ, ਯਾਨੀ ਕਿ ਸ਼ੈੱਡ ਦੇ ਉੱਪਰ ਤੁਸੀਂ ਬਣਾਇਆ ਹੋਇਆ। ਔਰ ਅਗਰ ਆ ਜ਼ਰਾ ਦਿਖਾ ਦੇਵੇ ਮੇਰਾ ਕੈਮਰਾਮੈਨ, ਹੈ ਵੀ ਸ਼ੈੱਡ ਦਾ ਹਿੱਸਾ ਸਰਦੀ ਵਾਸਤੇ ਔਰ ਗਰਮੀਆਂ ਲਈ ਤੇ ਆਹੀ ਜਗ੍ਹਾ ਬੜੀ ਬਿਹਤਰੀਨ ਹੈ, ਇੱਥੇ ਹਵਾ ਵੀ ਹੈ। ਇਧਰ ਜ਼ਰਾ ਅੰਦਰ ਆਓ ਦੋਸਤੋ, ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸ਼ੈੱਡ ਇਹਨਾਂ ਦਾ ਮਾਸ਼ਾਅੱਲਾ ਕਾਫੀ ਪਿਆਰਾ ਸਿਸਟਮ ਆ। ਨੀਚੇ ਫਰਸ਼ ਲਗਾਇਆ ਹੋਇਆ ਔਰ ਇਹ ਉੱਪਰ ਇਹਨਾਂ ਨੇ ਬਾਲੇ ਔਰ ਟਾਇਲ ਔਰ ਗਾਰਡਰ, ਸਾਰਾ ਇਹ ਬੜਾ ਅੱਛਾ ਔਰ ਵਧੀਆ ਨਿਜ਼ਾਮ ਕੀਤਾ ਹੋਇਆ ਸਰਦੀ ਦੀ ਰਾਤ ਨੂੰ ਇੱਥੇ ਰਹਿਣ ਵਾਸਤੇ, ਯਾਨੀ ਕਿ ਜਾਨਵਰਾਂ ਨੂੰ ਸਰਦੀ ਵਗੈਰਾ ਲੱਗੇ। ਅੱਛਾ ਜ਼ਹੀਰ ਭਾਈ, ਇਹ ਦੱਸੋ ਕਿ ਇਹ ਛੱਤ ਸਮੇਤ ਔਰ ਜਿਹੜਾ ਬਾਹਰਲਾ ਸ਼ੈੱਡ ਦੇ ਉੱਪਰ ਕੀ ਤੁਹਾਡੀ ਕਾਸਟ? ਕਾਸਟ ਮੁਖਤਲਿਫ ਹੋਈ, ਕਈ ਕੈਟਾਗਰੀ ਦੇ ਨਾਰੇ ਬਣਿਆ। ਸਭ ਤੋਂ ਪਹਿਲਾਂ ਮੈਂ ਗਾਵਾਂ ਰੱਖੀਆਂ ਹੋਈਆਂ ਸੀ, ਅਲਹਮਦੁਲਿਲਾ ਹਜੇ ਵੀ ਹੈ ਮੇਰੇ ਕੋਲ। ਉਹ ਉਦੋਂ ਸਿਰਫ ਗਾਵਾਂ ਦੀ ਨਵਈਅਤ ਦੇ ਨਾਲ ਬਣਿਆ ਸੀ। ਉਸ ਤੋਂ ਬਾਅਦ ਇਹ ਛੋਟੇ ਜਾਨਵਰਾਂ ਲਈ ਤਿਆਰ ਕੀਤਾ। ਉਹਦੇ ਤੋਂ ਬਾਅਦ ਛੋਟੇ ਜਾਨਵਰਾਂ ਲਈ ਹੈ ਬਾਹਰਲੀ ਛੱਤ ਵਗੈਰਾ, ਬਾਂਸ ਵਗੈਰਾ, ਇਹ ਸਾਰਿਆਂ ਦੀ ਕਿਹੜੀ ਹੈ ਕੀਤੀ ਹੈ। ਉਹਦੀ ਪੂਰੀ ਇੱਕ ਫਿਜ਼ੀਬਿਲਟੀ ਮੈਂ ਬਣਾਈ ਹੈ ਕਿ ਕੀ ਇਹਦੇ ਤੋਂ ਹੁੰਦਾ, ਕੀ ਜਾਂਦਾ, ਕੀ ਪ੍ਰੋਫਿਟ ਹੁੰਦਾ, ਕੀ ਇਹਦੇ 'ਤੇ ਅਖਰਾਜਾਤ ਹੁੰਦੇ ਆ। ਤੋ ਇਨਸ਼ਾਅੱਲਾ ਤਾਲਾ ਮੈਂ ਕਿਹੜੀ ਹੈ ਤੁਹਾਨੂੰ ਫਿਜ਼ੀਬਿਲਟੀ ਦੇਵਾਂਗਾ, ਉਹ ਤੁਸੀਂ ਸਾਰਿਆਂ ਨੂੰ ਦਿਖਾ ਸਕਦੇ ਹੋ। ਠੀਕ ਹੋ ਗਿਆ। ਕੋਈ ਵੈਸੇ ਮੋਟਾ ਜਿਹਾ ਅੰਦਾਜ਼ਾ ਤੁਸੀਂ, ਇਹ ਟੋਟਲ ਜਿਹੜੀ ਜਗ੍ਹਾ ਵਾ, ਇਹ 35 ਜਾਨਵਰ ਤੁਸੀਂ ਰੱਖੇ ਹੋਏ ਨੇ, ਇਹਨਾਂ ਵਾਸਤੇ ਨਾ ਇਹ ਜਗ੍ਹਾ ਕਿੰਨੀ ਆ, ਕੋਈ ਅੰਦਾਜ਼ਾ ਹੈ? ਇਹਨੂੰ ਮਿਣਿਆ ਕਦੀ ਜਾਂ ਨਹੀਂ? ਇਹ ਸਰ ਅਸੀਂ 200 ਜਾਨਵਰ ਲਈ ਸ਼ੈੱਡ ਬਣਾਇਆ ਸੀ, ਔਰ 200 ਜਾਨਵਰ ਇਹਦੇ ਵਿੱਚ ਆਸਾਨੀ ਦੇ ਨਾਲ ਆ ਸਕਦਾ ਔਰ ਤਿਆਰ ਹੋ ਸਕਦਾ। ਠੀਕ ਹੋ ਗਿਆ। ਬਾਕੀ ਜਾਨਵਰ ਤੇ ਤੁਹਾਡੇ ਸੇਲ ਹੋ ਗਏ ਨੇ, ਥੋੜੇ ਰਹਿ ਗਏ ਨੇ। ਤੇ ਅਗਰ ਤੁਸੀਂ ਸਾਨੂੰ ਟੋਟਲ ਜਿਹੜਾ ਤੁਹਾਡੀ ਹੈ ਸਾਰੀ ਚਾਰ ਦੀਵਾਰੀ ਔਰ ਸਾਰਾ ਸਿਸਟਮ, ਇਹਦੇ ਉੱਪਰ ਅਗਰ ਅਗਰ ਕੋਈ ਦੋਸਤ ਸਾਡਾ ਕਰਨਾ ਚਾਹੁੰਦਾ, ਕਿੰਨਾ ਪੈਸਾ ਉਹਨੂੰ ਚਾਹੀਦਾ ਸਿਰਫ ਸੈਟਅਪ ਬਣਾਉਣ ਵਾਸਤੇ? ਯਾਨੀ ਕਿ ਕੋਈ ਅੰਦਾਜ਼ਾ ਤੁਹਾਡਾ ਅਗਰ ਹੋਵੇ ਜ਼ੇਨ 'ਚ ਕਿ 10 ਲੱਖ 20 ਲੱਖ, ਮਤਲਬ ਇਹ ਪੂਰਾ ਜਿਹੜਾ ਚਾਰ ਦੀਵਾਰੀ, ਫਿਰ ਆ ਸ਼ੈੱਡ ਵਗੈਰਾ, ਤੁਸੀਂ ਲੇਬਰ ਦੇ ਰਹਿਣ ਨੂੰ ਜਗ੍ਹਾ ਵੀ ਬਣਾਈ ਹੋਈ ਆ ਔਰ ਇਧਰ ਆਪਣਾ ਆਫਿਸ ਵੀ ਬਣਾਇਆ ਹੋਇਆ ਨਾਲ, ਇਹਦੇ ਉੱਪਰ ਕਿੰਨਾ ਕੁ ਖਰਚਾ ਆ ਜਾਂਦਾ? ਕਿ ਬੜਾ ਅੱਛਾ ਸੈਟਅਪ ਆ ਮਾਸ਼ਾਅੱਲਾ, ਬੜਾ ਵਧੀਆ। ਤੇ ਇਨਵੈਸਟਮੈਂਟ ਕਿੰਨੀ ਕੁ? ਅਗਰ ਕੋਈ ਨਵਾਂ ਦੋਸਤ ਆ, ਸਾਡੇ ਕਾਫੀ ਦੋਸਤ ਨੇ ਜਿਹੜੇ ਸਾਨੂੰ ਮੈਸੇਜ ਕਰਦੇ ਨੇ, ਪੁੱਛਦੇ ਵੀ ਨੇ ਕਿ ਤਾਰਕ ਭਾਈ ਕੋਈ ਅੱਛਾ ਸ਼ੈੱਡ ਦਿਖਾਓ, ਅੱਛਾ ਸਾਨੂੰ ਫਾਰਮ ਵਿਜ਼ਿਟ ਕਰਵਾਓ, ਤੇ ਯਾਨੀ ਕਿ ਕੋਈ ਅੰਦਾਜ਼ਾ ਤੁਹਾਡਾ ਹੋਵੇ। ਤਾਰਕ ਭਾਈ, ਬਹੁਤ ਸਾਰੀਆਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ ਸੀ ਕਿ ਕੰਮ ਕੋਈ ਵੀ ਕਿਹੜਾ ਹੈ ਉਹ ਛੋਟਾ, ਔਰ ਕੋਈ ਵੀ ਕਿਹੜਾ ਹੈ ਵੱਡਾ ਔਰ ਛੋਟਾ ਨਹੀਂ ਹੁੰਦਾ। ਤੇ ਉਹਦੇ ਵਿੱਚ ਮੈਂ ਸਾਰੇ ਦੋਸਤਾਂ ਨੂੰ, ਤੁਹਾਡੇ ਨੂੰ, ਕਿਹੜੇ ਤੁਹਾਡੇ ਸਬਸਕ੍ਰਾਈਬਰ ਨੇ, ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੰਮ ਕਿਹੜਾ ਹੈ ਕੋਈ 40-50 ਲੱਖ ਹੋਵੇ ਜਾਂ 1 ਕਰੋੜ ਰੁਪਏ ਤੁਹਾਡੇ ਕੋਲ ਹੋਵੇ ਤੇ ਤੁਸੀਂ ਉਸ ਕੰਮ ਦੇ ਬਾਰੇ ਤੋਂ ਸੋਚ ਸਕਦੇ ਹੋ। ਸੋਚ ਕਿਹੜੀ ਹੈ ਉਹ ਬਗੈਰ ਪੈਸੇ ਤੋਂ ਵੀ ਸੋਚੀ ਜਾ ਸਕਦੀ ਹੈ। ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ, ਹਾਂ ਠੀਕ ਹੈ ਤੁਹਾਡੇ ਕੋਲ ਕਿੰਨੀ ਇਨਵੈਸਟਮੈਂਟ ਹੈ ਤੁਸੀਂ ਉਸ ਬਾਰੇ 'ਤੇ ਸੋਚੋ। ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਗਾਈਡ ਇਹ ਕਰਨਾ ਚਾਹਾਂਗਾ ਕਿ ਤੁਸੀਂ ਸਭ ਤੋਂ ਪਹਿਲਾਂ ਇੱਕ ਲੈ ਲਓ ਜਾਨਵਰ, ਕਿਉਂਕਿ ਆਲਮੋਸਟ ਪਾਕਿਸਤਾਨ ਦੇ ਵਿੱਚ ਕੁਛ ਲੋਕ ਐਸੇ ਨੇ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਇਨਵੈਸਟਮੈਂਟ ਦਾ ਮਸਲਾ ਬਣਦਾ ਕਿ ਸਾਡੇ ਕੋਲ ਇਨਵੈਸਟਮੈਂਟ ਨਹੀਂ ਹੈ, ਉਹਦੇ ਹਵਾਲੇ ਦੇ ਨਾਲ ਅਸੀਂ ਕੀ ਕਰੀਏ ਜਾਂ ਕੀ ਸਾਨੂੰ ਕਰਨਾ ਚਾਹੀਦਾ। ਉਹਦੇ ਵਿੱਚ ਮੈਂ ਉਹਨਾਂ ਨੂੰ ਇਹ ਗਾਈਡ ਕਰਾਂਗਾ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਜਾਨਵਰ ਲਓ, ਔਰ ਜਾਨਵਰ ਦਾ ਹਿਸਾਬ ਇਸ ਤਰ੍ਹਾਂ ਲਗਾਓ ਕਿ ਤੁਸੀਂ ਆਪਣੀ ਜੇਬ ਖਰਚ ਦੇ ਵਿੱਚੋਂ
ਕਿ ਮੈਂ ਇੱਕ ਜਾਨਵਰ ਲੈਣਾ, ਉਹ ਲੈ ਕੇ ਭੁੱਲ ਜਾਣਾ, ਮੈਂ ਉਹਨੂੰ ਨਾ ਸੇਲ ਕਰਨਾ ਨਾ ਵੇਚਣਾ। ਔਰ ਇਨਸ਼ਾਅੱਲਾ ਤਾਲਾ ਕਿ ਕੋਈ ਦਿਨ ਐਸਾ ਆਏਗਾ ਤੁਸੀਂ ਵੀ ਇੱਡੇ ਵੱਡੇ ਫਾਰਮ ਦੇ ਕਿਹੜੇ ਹੈ ਮਾਲਕ ਬਣੋਗੇ। ਉਹਦੇ ਵਿੱਚ ਇਹ ਹੋਏਗਾ ਕਿ ਇੱਕ ਜਾਨਵਰ ਉਹਦੇ ਵਿੱਚ ਇਹ ਹੋਏਗਾ ਕਿ ਇੱਕ ਜਾਨਵਰ ਹੋਣ ਦੇ ਨਾਲ ਕਿਹੜਾ ਹੈ ਵਾ ਤੁਹਾਡੇ ਉੱਪਰ ਇੱਕ ਬੋਝ ਨਹੀਂ ਹੋਏਗਾ, ਇੱਕ ਬਰਡਨ ਨਹੀਂ ਹੋਏਗਾ ਕਿ ਤੁਸੀਂ ਉਹਨੂੰ ਸੇਲ ਕਰਨਾ ਜਾਂ ਜੋ ਕਰਨਾ। ਇੱਕ ਸ਼ੌਕ ਲਈ ਤੁਸੀਂ ਇੱਕ ਪਾਲ ਕੇ ਉਹ ਗਾਂ ਬੱਚੇ ਦੇਏਗਾ, ਉਹ ਗਾਂ ਬੜੋਤਰੀ ਕਰੇਗਾ ਔਰ 5 ਸਾਲ ਦੇ ਵਿੱਚ ਇਨਸ਼ਾਅੱਲਾ ਤਾਲਾ ਇਸ ਫਾਰਮ ਦੇ ਤੁਸੀਂ ਮਾਲਕ ਬਣ ਜਾਓਗੇ। ਠੀਕ ਹੈ ਜੀ ਦੋਸਤੋ, ਤੁਸੀਂ ਜ਼ਹੀਰ ਬਾਈ ਦੀ ਗੱਲ ਸੁਣੀ, ਮਾਸ਼ਾਅੱਲਾ ਕਾफ़ी ਅੱਛੀ ਗੱਲਬਾਤ ਆ। ਔਰ ਅਗਰ ਮੇਰਾ ਕੈਮਰਾਮੈਨ ਦਿਖਾ ਸਕੇ ਜ਼ਰਾ, ਪਾਣੀ ਦਾ ਸਿਸਟਮ ਇਹਨਾਂ ਨੇ ਵਿੱਚ ਬਣਾਇਆ ਹੋਇਆ, ਆਟੋਮੈਟਿਕ ਸਿਸਟਮ ਆ ਸਾਰਾ। ਬੱਕਰੀਆਂ ਦਾ ਕੰਮ ਜ਼ਹੀਰ ਬਾਈ ਸਹੀ ਵੀ ਇੱਦਾਂ ਹੀ ਰਹਿੰਦਾ ਮੇਰਾ ਖਿਆਲ ਆ, ਖੁੱਲੀਆਂ ਅਗਰ ਬੰਨਣੀਆਂ ਛੱਡਣੀਆਂ ਤੇ ਉਹ ਬੜਾ ਮੁਸ਼ਕਿਲ ਹੋ ਜਾਏਗਾ। ਬਿਲਕੁਲ, ਬੱਕਰੀਆਂ ਦਾ ਤੇ ਇਹਨਾਂ ਦਾ ਥੋੜਾ ਜਿਹਾ ਮੁਖਤਲਿਫ ਹੈ ਖਾਣ ਪੀਣ ਦਾ ਪੀਰੀਅਡ। ਉਹ ਇਸ ਲਈ ਮੁਖਤਲਿਫ ਹੈ ਕਿ ਇਹ ਜਾਨਵਰ ਹੈ, ਤੁਸੀਂ ਕਿੰਨੇ ਵੀ ਜ਼ਿਆਦਾ ਤੁਸੀਂ ਜਾਨਵਰ ਇਹ ਜਿਹੜੇ ਲੈ ਲਓਗੇ ਇਹ ਤੁਹਾਨੂੰ ਤੰਗ ਨਹੀਂ ਕਰਨਗੇ, ਖਿਲਾਉਣਾ ਤੁਹਾਡਾ ਮੁਸ਼ਕਿਲ ਨਹੀਂ ਕਰਨਗੇ। ਬੱਕਰੀਆਂ ਦਾ ਇਹ ਹੈ ਕਿ ਉਹ ਅਗਰ ਜ਼ਿਆਦਾ ਗੈਦਰਿੰਗ ਦੇ ਵਿੱਚ ਹੋਵੇ ਤਾਂ ਉਹਨਾਂ ਦੀ ਆਵਾਜ਼, ਉਹਨਾਂ ਦਾ ਖਾਣ ਪੀਣ, ਉਹਨਾਂ ਦੀ ਹਰ ਚੀਜ਼ ਜਿਹੜੀ ਹੈ ਬਿਲਕੁਲ ਫਰੈਸ਼ ਹੋਣੀ ਚਾਹੀਦੀ ਹੈ। ਇਹਨਾਂ ਲਈ ਇਹ ਜ਼ਰੂਰੀ ਨਹੀਂ ਹੈ ਕਿ ਚੀਜ਼ਾਂ ਜਾਂ ਚਾਰਾ ਕੋਈ ਫਰੈਸ਼ ਹੋਵੇ ਤੇ ਇਹਨਾਂ ਨੇ ਖਾਣਾ। ਠੀਕ ਹੋ ਗਿਆ। ਅੱਛਾ ਕੈਮਰਾਮੈਨ ਸਾਹਿਬ ਇਧਰ ज़रा बाहर है ना, इधरों बाहरों ज़रा ना इस साइड तो ज़रा व्यू दिखाओ। इधरों ज़रा ना ਇਹ ਲੈਬਰ ਰੂਮ, ਇਹ ਜਿਹੜਾ ਸਾਹਮਣੇ, ਔਰ ਆ ਚਾਰ ਦੀਵਾਰੀ ज़रा ਸਾਰਾ ਹੱਥ ਦਾ ज़रा ਨਾ ਇਸ ਸਾਈਡ ਨੂੰ ਕੈਮਰਾ ਮਾਰੋ ਨਾ ज़रा, ਹੈ ਨਾ, ਜਿਹੜੇ ਦੋਸਤ ਨੇ ਉਹਨਾਂ ਨੂੰ ਸਾਰਿਆਂ ਨੂੰ ਨਜ਼ਰ ਆ ਜਾਵੇ ਕਿ ਯਾਨੀ ਕਿ ਕਿੰਨੀ ਖੁੱਲੀ ਜਗ੍ਹਾ ਹੈ। ਮੇਰਾ ਖਿਆਲ ਹੈ ਸਰ ਇਹ 3 ਕਨਾਲ ਜਗ੍ਹਾ ਹੋਏਗੀ ਮੇਰੇ ਇੱਕ ਅੰਦਾਜ਼ ਨਾਲ ਟੋਟਲ। ਇਹ ਤਕਰੀਬਨ ਅੱਧਾ ਏਕੜ ਹੈ। 4 ਕਨਾਲ। ਠੀਕ ਹੋ ਗਿਆ। ਠੀਕ ਹੈ ਜ਼ਹੀਰ ਭਾਈ। ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਕਿ ਇਹਦੇ ਵਿੱਚ ਜਿਹੜੀਆਂ ਤੁਹਾਡੇ ਕੋਲ ਟੋਟਲ ਜਿਹੜੀਆਂ ਸਰਗੋਧੇ ਦੀਆਂ ਕਜਲੀਆਂ ਨੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਨਸਲ ਵੀ ਤੁਹਾਡੇ ਕੋਲ ਮੌਜੂਦ ਹੈ ਕਜਲੀ ਦੀ? ਬਿਲਕੁਲ, ਅਸੀਂ ਕਿਹੜਾ ਪਿਛਲਾ ਮਾਲ ਤਿਆਰ ਕੀਤਾ ਸੀ ਕੁਰਬਾਨੀ ਲਈ, ਉਹ ਕਿਹੜਾ ਹੈ ਸਾਡੇ ਕੋਲ ਸਿੰਧੀ ਨਸਲ ਦੀਆਂ ਵੀ ਕਜਲੀਆਂ ਹੈ, ਅਸੀਂ ਕਿਹੜੀਆਂ ਅਸੀਂ ਸੇਲ ਕਰਕੇ ਆਏ। ਲੇਕਿਨ ਗਾਂ ਕੋਸ਼ਿਸ਼ ਇਹ ਕਰਦੇ ਹਾਂ ਸਰਗੋਧੇ ਦੀ ਅੱਛੀ ਨਸਲ ਹੋਵੇ, ਅੱਛੀ ਨਸਲ ਹੋਵੇ ਸਰਗੋਧੇ ਦੀ, ਉਹੋ ਹੀ ਅਸੀਂ ਲੈ ਕੇ ਆਈਏ। ਠੀਕ ਹੋ ਗਿਆ ਸਰ। ਅੱਛਾ ਇਹ ਜ਼ਰਾ ਕੈਮਰਾਮੈਨ ਸਾਹਿਬ ਆ ਜ਼ਰਾ ਬਾੜ ਵੀ ਦਿਖਾਉਣਾ, ਜਿਹੜੀ ਬਾਹਰ ਇਹਨਾਂ ਨੇ ਵਾਂਸਾਂ ਦੀ ਕੀਤੀ ਹੋਈ ਆ। ਇਹ ਜ਼ਰਾ ਇਧਰੋਂ ਇਹਦੀ ਲੈਂਥ ਜ਼ਰਾ ਦਿਖਾਣਾ ਇਹਨੂੰ ਲੇਡੀਜ਼ ਨਾਲ ਵਿੱਚੋਂ। ਅੱਛਾ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਜਿਹੜਾ ਸਾਰਾ ਸੈਟਅਪ ਆ। ਇੱਥੋਂ ਇਸ ਸਾਈਡ ਵੀ ਜ਼ਰਾ ਦਿਖਾ ਦਿਓ। ਮਾਸ਼ਾਅੱਲਾ ਕਾफ़ी ਪਿਆਰਾ ਸੈਟਅਪ ਆ। ਅੱਛਾ ਜ਼ਹੀਰ ਭਾਈ ਅਗਰ ਯਾਨੀ ਕਿ ਤੁਹਾਡਾ ਮਾਲ ਜਿਹੜਾ ਹੈ ਉਹ ਫਾਰ ਸੇਲ ਵੀ ਹੈ, ਅਗਰ ਕੋਈ ਦੋਸਤ ਲੈਣਾ ਚਾਹਵੇ ਤਾਂ ਤੁਸੀਂ ਦੇਣ ਨੂੰ ਤਿਆਰ ਆ। ਠੀਕ ਆ ਦੋਸਤੋ, ਅਗਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰਚੇਜ਼ਿੰਗ ਵਾਸਤੇ ਜ਼ਰੂਰਤ ਹੈ ਜ਼ਰਾ ਜਾਨਵਰ ਦਿਖਾਓ ਨਾ ਇੱਧਰ ਨੀਚੇ ਜ਼ਰਾ ਜਾਨਵਰਾਂ ਦੇ। ਭਾਈ ਅਸੀਂ ਹਾਸਲਪੁਰ ਦੇ ਵਿੱਚ ਪਹਿਲੀ ਦਫਾ ਆਪਣਾ ਸੈਰੀ ਤਿਆਰ ਕਰਨਾ ਚਾਹ ਰਹੇ ਹਾਂ ਔਰ ਇਨਸ਼ਾਅੱਲਾ ਤਾਲਾ ਉਹ 1-2 ਮਹੀਨੇ ਦੇ ਵਿੱਚ ਮਾਰਕੀਟ ਦੇ ਵਿੱਚ ਆ ਜਾਏਗਾ ਕਿ ਇਹਦੀ ਪੈਕਿੰਗ 50 ਕਿਲੋ ਦੀ ਹੋਏਗੀ ਔਰ ਉਹ ਤੂਰੀ ਔਰ ਚਾਰੇ ਤੋਂ ਵੀ ਸਸਤਾ ਕਿਹੜਾ ਹੈ ਪਏਗਾ, ਉਹ 300 ਰੁਪਏ ਨੂੰ ਮਨ ਜਾਂ 50 ਕਿਲੋ ਮਨ 300 ਰੁਪਏ ਮਨ। 300 रुपये मन। ठीक है दोस्तों, ये अपना एक अलग तो सैटअप तैयार कर रहे हैं, अपना ऑफिस बना रहे हैं। इंशाल्लाह पहले भी गल हुई और जिद्दां ही उन्होंने ओपनिंग होएगी तो ਅਸੀਂ ਜ਼ਰੂਰ ਉੱਥੋਂ ਇਹਨਾਂ ਦਾ ਇੰਟਰਵਿਊ ਕਰਾਂਗੇ। ਆਫਿਸ ਬਣਾਇਆ ਹੋਇਆ ਵਾ ਆਲਰੇਡੀ ਸਾਡਾ ਚੋਨਾਵਾਰੀ ਰੋਡ ਤੇ ਕਿਹੜਾ ਇਹਨਾਂ ਨੂੰ ਗੁਜਰਾਂਵਾਲੀ ਬਸਤੀ ਨੂੰ ਕਿਹੜੀ ਸੜਕ ਜਾਂਦੀ ਰੋਡ ਦੇ ਉੱਪਰ ਕਿਹੜਾ ਹੈ ਰਾਈਸ ਫੀਡ ਸੋਲ ਤੋਂ ਕਿਹੜਾ ਹੈ ਆਫਿਸ ਬਣਿਆ ਹੋਇਆ ਔਰ ਉੱਥੇ ਸਾਰੀ ਜੈਸ ਤੇ ਮੌਜੂਦ ਵੀ ਹੈ ਔਰ ਸੇਲ ਵੀ ਹੋ ਰਿਹਾ। ਠੀਕ ਹੈ, ਕਿਸ ਨਾਮ ਤੋਂ ਸੇਲ ਹੋ ਰਿਹਾ ਸਰ? ਇਹ ਰਾਈਸ ਫੀਡ ਸੋਲ ਦੇ ਨਾਮ। ਠੀਕ ਹੋ ਗਿਆ ਦੋਸਤੋ, ਇੰਸ਼ਾਅੱਲਾ ਬਕਾਇਦਾ ਉੱਥੇ ਜਾ ਕੇ ਇਹਨਾਂ ਦੀ ਪੂਰੀ ਇੱਕ ਵੀਡੀਓ ਬਣਾਵਾਂਗੇ, ਸੈਲਰੀ ਦੇ ਬਾਰੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਪੂਰੀ ਤੋਂ ਅਲੱਗ ਤੋਂ ਵੀਡੀਓ ਬਣਾਵਾਂਗੇ। ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ। ਔਰ ਅਗਰ ਇਹ ਤੁਸੀਂ ਜਾਨਵਰ ਕੋਈ ਖਰੀਦਣਾ ਚਾਹੁੰਦੇ ਹੋ ਤਾਂ 40,000 ਰੁਪਏ ਉਹ ਦੱਸ ਰਹੇ ਨੇ ਇੱਕ ਜਾਨਵਰ ਦਾ ਰੇਟ। ਤੇ ਜਾਨਵਰ ਤੁਸੀਂ ਮਾਸ਼ਾਅੱਲਾ ਦੇਖ ਰਹੇ ਹੋ, ਕਿਸੇ ਵੀ ਦੋਸਤ ਨੂੰ ਜ਼ਰੂਰਤ ਹੋਵੇ ਤੇ ਸਾਡੇ ਕੋਲ ਕਾਰਗੋ ਦੀ ਸਹੂਲਤ ਮੌਜੂਦ ਆ ਔਰ ਇੰਸ਼ਾਅੱਲਾ ਅਸੀਂ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਮਾਲ ਤੁਹਾਨੂੰ ਪਹੁੰਚਾ ਕੇ ਦੇ ਸਕਦੇ ਹਾਂ। ਦੋਸਤੋ ਆਪਣਾ ਬੜਾ ਖਿਆਲ ਰੱਖਣਾ। ਇੰਸ਼ਾਅੱਲਾ ਫਿਰ ਮਿਲਾਂਗੇ ਤੁਹਾਨੂੰ ਇੱਕ ਨਈ ਵੀਡੀਓ ਦੇ ਨਾਲ। ਅੱਲਾ ਹਾਫਿਜ਼।